ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਭਨੇ ਮੁਲਾਨਾ ਛੁਟੇ ਨਾ ਕੋਈ। ਉਸ ਸਮੇਂ ਮਲਾਣਾ ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਗੁਰੂ ਜੀ ਹੁਣ ਤੁਹਾਡੀ ਜੇਲ੍ਹ ਦੇ ਵਿੱਚੋਂ ਕਦੇ ਵੀ ਨਹੀਂ ਛੁੱਟ ਸਕਦੇ ਹਨ। ਲਖੀਅਤ ਪ੍ਰਾਨ ਹਾਨ ਇਨ ਹੋਈ। ਸਾਨੂੰ ਤਾਂ ਇਉਂ ਲੱਗਦਾ ਹੈ ਵੀ ਗੁਰੂ ਜੀ ਨੂੰ ਹੁਣ ਕਤਲ ਹੀ ਕਰਨਾ ਪਵੇਗਾ। ਪੁੱਤ ਹਜ਼ਰਤ ਕੋ ਹਟਨੇ ਟਰ। ਉਹ ਤਰੋ ਬਾਦਸ਼ਾਹ ਔਰੰਗਜ਼ੇਬ ਆਪਣੇ ਹੱਟ ਦੇ ਉੱਪਰ ਐਨ ਤੁਲਿਆ ਬੈਠਾ ਹੈ। ਇਤ ਇੱਕ ਸਮ ਹੀ ਹਟ ਕੋ ਧਰ। ਤੇ ਇਧਰੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਦੇ ਵੀ ਇਹਨਾਂ ਦਾ ਜਿਹੜਾ ਦੀਨ ਸਲਾਮ ਧਾਰਨ ਨਹੀਂ ਕਰਨਾ। ਦੋਵੇਂ ਪਾਸਿਆਂ ਤੋਂ ਜਿਹੜੇ ਹੱਠ ਬੜੇ ਪਰਪੱਕ ਹੋ ਚੁੱਕੇ ਹਨ। ਦੋਨੋਂ ਕਹੇ ਗਮਨੇ ਟਿਗ ਸ਼ਾਹੂ। ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਦੋਵੇਂ ਹੀ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਪਹੁੰਚ ਗਏ ਹਨ। ਸਕਲ ਪ੍ਰਸੰਗ ਪਨਿਓ ਤਿਸ ਪਾਹੂ। ਜਿਵੇਂ ਜਿਵੇਂ ਵਿਚਾਰਾਂ ਕੀਤੀਆਂ ਸਾਰੀ ਹਕੀਕਤ ਨਾਲੇ ਬਾਦਸ਼ਾਹ ਦੇ ਕੰਨ ਦੇ ਵਿੱਚ ਜਾ ਕਰਕੇ ਪਾ ਦਿੱਤੀ ਹੈ। ਕਯੋਹੂ ਨੇ ਮਾਨੇ ਕੁਛ ਕਹੋ। ਇਹ ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੁਸੀਂ ਜਿਤਨਾ ਮਰਜ਼ੀ ਆਪਣਾ ਜ਼ੋਰ ਬਲ ਲਗਾਈ ਚੱਲੋ, ਪਰ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਗੁਰੂ ਜੀ ਨੇ ਕਦੇ ਵੀ ਆਪਣੇ ਦੀਨ ਧਰਮ ਦੀਆਂ ਜਿਹੜੀਆਂ ਕਲਮਾਂ ਨਹੀਂ ਪੜ੍ਹਨੀਆਂ ਹਨ। ਕੈਦ ਕਸ਼ਟ ਤੇ ਤਰਾਸ ਨਾ ਲਹੋ। ਅਜੇ ਤੱਕ ਗੁਰੂ ਜੀ ਦੇ ਮਨ ਦੇ ਉੱਪਰ ਜਿਹੜਾ ਜੇਲ੍ਹ ਦਾ ਦੁੱਖ ਨਾ, ਜੇਲ੍ਹ ਦੀ ਪੀੜਾ, ਉਹਦਾ ਤਾਂ ਕੋਈ ਵੀ ਅਸਰ ਨਹੀਂ ਹੋਇਆ ਹੈ। ਮੁਦਤ ਮਨਿੰਦ ਬਦਨ ਜਿਨ ਕੇਰਾ। ਜਿਨ੍ਹਾਂ ਦਾ ਚਿਹਰਾ ਪਹਿਲਾਂ ਦੇ ਸਮਾਨ ਉਸੇ ਤਰ੍ਹਾਂ ਬੜੀਆਂ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਹੈ। ਹਮ ਸਮਝਾਏ ਰਹੇ ਬਹੁ ਤੇਰਾ। ਅਸੀਂ ਆਪਣੇ ਵੱਲੋਂ ਬਥੇਰਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੁਨ ਬੋਲਿਓ ਮੂਰਖ ਚੌਗਤਾ। ਮੂਰਖ ਮਤ ਵਾਲਾ ਚਵਗਤ ਹੈ ਗੋਦਾ। ਬਾਦਸ਼ਾਹ ਔਰੰਗਜ਼ੇਬ ਆਪਣੇ ਵੱਲੋਂ ਕਹਿਣ ਲੱਗਿਆ ਸੀ ਜੇ ਅਸ ਧਰਮ ਵਿਖੇ ਦਿਡ ਰਤਾ। ਵੇ ਜੈ ਕਰ ਗੁਰੂ ਜੀ ਆਪਣੇ ਧਰਮ ਦੇ ਵਿੱਚ ਨਾ ਇਤਨਾ ਪਰਪੱਕ ਹੋ ਕਰਕੇ ਬੈਠੇ ਹਨ। ਤੇਗ ਬਹਾਦਰ ਨਾਮ ਤਰਾਇਓ। ਉਹਨਾਂ ਨੇ ਫਿਰ ਆਪਣਾ ਨਾਮ ਤੇਗ ਬਹਾਦਰ ਕਾਹਦੇ ਵਾਸਤੇ ਧਰਵਾਇਆ ਹੈ? ਇਹਦਾ ਕੋਈ ਮੈਨਾ, ਇਸ ਦਾ ਕੋਈ ਅਰਥ ਬਣਦਾ ਹੋ? ਕਿਹੜੀ ਗੁਰੂ ਜੀ ਨੇ ਹੁਣ ਤੱਕ ਕਿਹਾ ਜੀ ਤੇਗ ਦੀ ਕੋਈ ਬਹਾਦਰੀ ਕੀਤੀ ਹੈ? ਕੌਣ ਮਾਇ ਨਾ ਆਮੇ ਪਾਇਓ। ਜਾ ਕਰਕੇ ਪੁੱਛੋ ਉਹਨਾਂ ਨੂੰ ਤੇਗ ਬਹਾਦਰ ਜੋ ਨਾਮ ਤੁਹਾਡਾ ਚਾਰੇ ਪਾਸੇ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਹੋ ਚੁੱਕਿਆ ਨਾ, ਇਹਦਾ ਅਰਥ, ਇਹਦਾ ਮੈਨਾ ਕੀ ਬਣਦਾ ਹੈ? ਹਿੰਦਨ ਕੇ ਗੁਰ ਪੂਜ ਕਾਵੋ। ਦੇਖੋ ਤੁਸੀਂ ਸਾਰੇ ਹਿੰਦੂਆਂ ਦੇ ਪੂਜਨੀਕ ਗੁਰੂ ਚਾਰੇ ਪਾਸੇ ਕਵਾਉਂਦੇ ਹੋ। ਨਾਮ ਬੇਅਰਥ ਨਹੀਂ ਰਖਵਾਵੋ। ਫਿਰ ਤੁਹਾਨੂੰ ਜਿਹੜਾ ਆਪਣਾ ਨਾਮ ਬੇਅਰਥ ਰਖਵਾਉਣਾ, ਇਹ ਲੋਕਾਂ ਦੇ ਵਿੱਚ ਗੱਲ ਸ਼ੋਭਾ ਨਹੀਂ ਪਾਉਂਦੀ ਹੈ। ਸੋ ਬਹਾਦਰੀ ਕਿਮ ਹਮ ਜਾਣੈ। ਜੋ ਉਸ ਬਹਾਦਰੀ ਦੇ ਬਾਰੇ ਸਾਨੂੰ ਕਿਵੇਂ ਪਤਾ ਲੱਗੂ? ਵੀ ਜਿਵੇਂ ਆਪ ਦੇ ਸੇਵਕ ਦਾਸ ਨਾਮ ਵੀ ਬੜੇ ਸਤਿਕਾਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਲੈਂਦੇ ਹਨ। ਤੇਗ ਬਹਾਦਰ ਜਗਤ ਬਖਾਨੈ। ਚਾਰੇ ਪਾਸੇ ਸੰਸਾਰੀ ਲੋਕਾਂ ਦੇ ਪਾਸੋਂ ਮੈਂ ਤੁਹਾਡਾ ਤੇਗ ਬਹਾਦਰ ਨਾਮ ਕੰਨਾਂ ਦੇ ਨਾਲ ਸੁਣਦਾ ਹੀ ਰਹਿੰਦਾ ਹਾਂ। ਬੂਝੋ ਜਾਏ ਬਤਾਵੇ ਸੋਏ। ਬਾਦਸ਼ਾਹ ਔਰੰਗਜ਼ੇਬ ਨੇ ਫਿਰ ਇਹਨਾਂ ਨੂੰ ਦੁਬਾਰਾ ਮੋੜ ਦਿੱਤਾ ਵੀ ਜਾ ਕਰਕੇ ਗੁਰੂ ਜੀ ਨੂੰ ਪੁੱਛੋ ਤੇਗ ਬਹਾਦਰ ਇਹਦਾ ਮੈਨਾ, ਇਹਦਾ ਅਰਥ ਕੀ ਬਣਦਾ ਹੈ? ਨਾਏ ਤਾਂ ਵੱਡ ਸਜਾਏ ਅਬ ਹੋਏ। ਜੇ ਸਹੀ ਮੈਨਾ, ਸਹੀ ਅਰਥ ਨਹੀਂ ਦੱਸਣਗੇ ਤੇ ਫਿਰ ਉਹਨਾਂ ਨੂੰ ਬਹੁਤ ਵੱਡੀ ਸਖਤ ਸਜ਼ਾ ਵੀ ਦਿੱਤੀ ਜਾਵੇਗੀ। ਬੌਰ ਪਠੇ ਦੋਨੋਂ ਚਲ ਆਏ। ਬਾਦਸ਼ਾਹ ਔਰੰਗਜ਼ੇਬ ਦੇ ਪਰੇਰੇ ਹੋਏ ਉਸੇ ਤਰ੍ਹਾਂ ਮੌਲਾਣਾ ਤੇ ਕਹਿਲਕਾਰ
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਾਸ ਪਹੁੰਚ ਗਏ ਹਨ। ਨਾਮ ਮਾਇ ਨਾ ਦੇਹੋ ਬਤਾਏ। ਕਹਿ ਲਗੇ ਗੁਰੂ ਜੀ, ਬਾਦਸ਼ਾਹ ਔਰੰਗਜ਼ੇਬ ਤੁਹਾਡੇ ਨਾਮ ਦਾ ਜਿਹੜਾ ਮਹੀਨਾ ਹੈ, ਜਿਹੜਾ ਅਰਥ ਨਿਕਲਦਾ ਹੈ, ਉਹ ਸੁਣਨਾ ਚਾਹੁੰਦਾ ਹੈ। ਰਾਖਿਓ ਕੌਣ ਹੇਤ ਕਰ ਨਾਮੂ। ਤੁਹਾਡਾ ਇਤਨਾ ਵੱਡਾ ਨਾਮ ਕਾਹਦੇ ਵਾਸਤੇ ਸੰਗਤਾਂ ਨੇ ਰੱਖਿਆ ਹੋਇਆ ਹੈ। ਬੂਝਤ ਛਾਓ ਪਇਓ ਰਿਸ ਤਾਮੂ। ਜਦੋਂ ਅਸੀਂ ਜਾ ਕਰਕੇ ਗੱਲਬਾਤ ਕੀਤੀ, ਤੁਹਾਡਾ ਨਾਮ ਸੁਣਨ ਦੇ ਨਾਲ ਹੀ ਬਾਦਸ਼ਾਹ ਔਰੰਗਜ਼ੇਬ ਦੇ ਮਨ ਦੇ ਵਿੱਚ ਬੜਾ ਗੁੱਸਾ, ਬੜਾ ਕ੍ਰੋਧ ਚੜ ਚੁੱਕਿਆ ਸੀ। ਸਤਿਗੁਰੂ ਜੀ ਨੂੰ ਡਰਾਉਣ ਵਾਸਤੇ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਐਨ ਸਾਹਮਣੇ ਆਰੇ ਦੇ ਨਾਲ ਚੀਰ ਕਰਕੇ ਸ਼ਹੀਦ ਕਰ ਦਿੱਤਾ ਸੀ। ਇਸੇ ਤਰ੍ਹਾਂ ਭਾਈ ਦਇਆਲਾ ਜੀ, ਉਹਨਾਂ ਦੇ ਅੱਗੇ ਵੀ ਬਾਦਸ਼ਾਹ ਨੇ ਉਹੀ ਜਿਹੜੇ ਤਿੰਨ ਸਵਾਲ, ਤਿੰਨ ਸ਼ਰਤਾਂ ਰੱਖੀਆਂ ਸਨ ਵੀ ਜਾਂ ਫਿਰ ਮੁਸਲਮਾਨ ਬਣ ਜਾਓ, ਦੂਜੀ ਨੰਬਰ 'ਤੇ ਕਰਾਮਾਤ ਸ਼ਕਤੀ ਦਿਖਾ ਦਿਓ ਮੈਨੂੰ, ਜੋ ਵੀ ਮੈਂ ਚਾਹੁੰਦਾ ਹਾਂ, ਤੀਜੇ ਨੰਬਰ 'ਤੇ ਤਾਂ ਫਿਰ ਤੁਹਾਡੇ ਸਾਹਮਣੇ ਮੌਤ ਖੜੀ ਹੈ। ਪਰ ਭਾਈ ਦਇਆਲਾ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਲੋਕਾਂ ਦੀ ਦੇਦਿਆਂ ਵੀ ਸਤਿਗੁਰੂ ਜੀ ਦੇ ਮਨ ਦੇ ਅੰਦਰ ਇਹਨਾਂ ਗੁਰ ਸਿੱਖਾਂ ਦੀ ਕੁਰਬਾਨੀ ਦੇ ਕਰਕੇ ਬੜਾ ਡਰ, ਬੜਾ ਭੈ ਪੈਦਾ ਹੋ ਜਾਏ ਵੀ ਜਿਵੇਂ ਨਾ ਇਹਨਾਂ ਨੂੰ ਬਹੁਤ ਅਸਹਿ ਔਰ ਕਹਿ ਸਜ਼ਾਵਾਂ ਸਾਹਮਣੇ ਦਿੱਤੀਆਂ ਜਾ ਰਹੀਆਂ ਹਨ। ਸਾਨੂੰ ਪਤਾ ਨਹੀਂ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਵੱਲੋਂ ਕਿਹੜੀ ਸਜ਼ਾ ਸਾਰਿਆਂ ਦੇ ਸਾਹਮਣੇ ਸੁਣਾ ਦੇਣੀ ਹੈ। ਉਹ ਸਮੇਂ ਭਾਈ ਦਇਆਲਾ ਜੀ ਦੇ ਬਾਰੇ ਇਹ ਵਾਰਤਾ ਮਸ਼ਹੂਰ ਹੈ। ਉਹਨਾਂ ਨੂੰ ਦੇਹ ਦੇ ਵਿੱਚ ਉਬਾਲ ਕਰਕੇ ਸ਼ਹੀਦ ਕਰ ਦਿੱਤਾ ਸੀ। ਇਸੇ ਤਰ੍ਹਾਂ ਭਾਈ ਸਤੀ ਦਾਸ, ਉਹਨਾਂ ਨੂੰ ਵੀ ਲੋਕਾਂ ਦੇ ਸਾਹਮਣੇ ਦੇ ਦਿਆਂ ਰੂਹ ਦੇ ਵਿੱਚ ਕੱਲਾ ਜਿਹੜਾ ਅੰਗ ਭਾਈ ਸਤੀ ਦਾਸ ਜੀ ਦਾ ਲਪੇਟਿਆ ਗਿਆ। ਲੱਤਾਂ ਨੇ, ਬਾਹਾਂ ਨੇ, ਸਾਰੇ ਸਰੀਰ ਦੇ ਉੱਪਰ ਪਹਿਲਾਂ ਇਹਨਾਂ ਨੇ ਰੂਹ ਚੰਗੀ ਤਰ੍ਹਾਂ ਕਸ ਕਰਕੇ ਬੰਨ੍ਹ ਦਿੱਤੀ ਹੈ। ਜਦੋਂ ਇਹਨਾਂ ਨੇ ਵੀ ਮੁਸਲਮਾਨ ਬਣਨਾ ਪ੍ਰਵਾਨ ਨਹੀਂ ਕੀਤਾ ਸੀ, ਭਾਈ ਸਤੀ ਦਾਸ ਜੀ ਵੀ ਬਹੁਤ ਵੱਡੀ ਮਹਾਨ ਸ਼ਹੀਦੀ ਪ੍ਰਾਪਤ ਕਰ ਗਏ ਸਨ। ਇਹ ਦੇ ਕਰਕੇ ਬਾਦਸ਼ਾਹ ਔਰੰਗਜ਼ੇਬ ਪਹਿਲਾਂ ਨਾਲੋਂ ਵੀ ਜ਼ਿਆਦਾ ਚੜ੍ਹਨ ਲੱਗ ਪਿਆ ਵੀ ਜਿਨ੍ਹਾਂ ਦੇ ਸਿੱਖਾਂ ਨੇ ਮੇਰਾ ਕੋਈ ਡਰ ਭੈ ਮਨ ਦੇ ਵਿੱਚ ਧਾਰਨ ਕੀਤਾ ਹੀ ਨਹੀਂ, ਅਤੇ ਨਾ ਇਹਨਾਂ ਨੇ ਸਾਡੇ ਦੀਨ ਇਸਲਾਮ ਦੀਆਂ ਕੋਈ ਵੀ ਕਲਮਾਂ ਵੀ ਨਹੀਂ ਪੜ੍ਹੀਆਂ ਹਨ। ਫਿਰ ਇਹਨੇ ਸੋਚਿਆ ਵੀ ਹੁਣ ਸਤਿਗੁਰੂ ਜੀ ਨੂੰ ਤਾਂ ਸ਼ਹੀਦ ਕਰਨਾ ਹੀ ਪਏਗਾ। ਅਤੇ ਜਦੋਂ ਉਹ ਅਹਿਲਕਾਰ ਤੇ ਮੁੱਲਾਂ ਦੁਆਰਾ ਫਿਰ ਦੀਨ ਦੁਨੀਆ ਦੇ ਮਾਲਕ ਦੇ ਸਾਹਮਣੇ ਹਾਜ਼ਰ ਹੋ ਗਏ ਹਨ। ਸੁਨ ਸਤਿਗੁਰ ਬੋਲੇ ਮਦ ਧੀਰ। ਉਹ ਸਮੇਂ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬੜੇ ਧੀਰਜ ਵਾਲੇ ਜਿਹੜੇ ਬਚਨ ਆਪਣੀ ਰਸਨਾ ਤੋਂ ਕੀਤੇ ਸਨ। ਨਾਮ ਰੂਪ ਇਹ ਧਰਮ ਸਰੀਰ। ਮਹਾਰਾਜ ਕਹਿਣ ਲੱਗੇ ਵੀ ਨਾਮ ਤੇ ਰੂਪ ਇਹ ਜਿਹੜੀਆਂ ਦੋ ਚੀਜ਼ਾਂ ਸਰੀਰ ਦੀਆਂ ਹੀ ਹੋਇਆ ਕਰਦੀਆਂ ਹਨ। ਨਾਮ ਵੀ ਸਰੀਰ ਦੀ ਹੈ ਅਤੇ ਰੂਪ ਰੇਖਾ ਵੀ ਇਹਨਾਂ ਪੰਜਾਂ ਤੱਤਾਂ ਦੇ ਜਿਸਮਾਂ ਦੀ ਹੁੰਦੀ ਹੈ। ਇਸਮੇ ਕਾਰਨ ਰਾਖਿਓ ਜੋਏ। ਪਰ ਜੋ ਸਾਡੇ ਨਾਮ ਦੇ ਵਿੱਚ ਨਾ ਇੱਕ ਬਹੁਤ ਵੱਡਾ ਮਹਾਨ ਕਾਰਨ ਵੀ ਪਰਮਾਤਮਾ ਨੇ ਰੱਖਿਆ ਹੋਇਆ ਹੈ। ਨਿਰਣੈ ਕਰ ਪਾਖੇ ਸੁਨ ਸੋਏ। ਸਤਿਗੁਰੂ ਜੀ ਕਹਿ ਲਗੇ ਵੀ ਉਸ ਗੱਲ ਦਾ ਤੁਹਾਨੂੰ ਅਸੀਂ ਨਿਰਣਾ ਕਰਕੇ ਹੁਣੇ ਹੀ ਦੱਸ ਦਿੰਦੇ ਹਾਂ। ਤੇਗ ਪੁਲਾਦੀ ਆਦ ਅਲੱਭੀ। ਜਿਹੜੀਆਂ ਫੌਲਾਦੀ ਲੋਹੇ ਦੀਆਂ
ਬਿਜਲੀ ਦੇ ਸਮਾਨ ਚਮਕਦੀਆਂ ਹੋਈਆਂ ਤਲਵਾਰਾਂ ਬੜੇ ਇਹੋ ਜਿਹੇ ਇਲਾਕਿਆਂ ਦੇ ਵਿੱਚ ਬਣਾਈਆਂ ਜਾਂਦੀਆਂ ਹਨ। ਹਲੱਬੀ ਹੈ, ਜਨੰਬੀ ਹੈ, ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਿਰਪਾਨਾਂ ਬਣੀਆਂ ਹੋਈਆਂ ਬਹੁਤ ਜ਼ਿਆਦਾ ਮਸ਼ਹੂਰ ਮੰਨੀਆਂ ਜਾਂਦੀਆਂ ਹਨ। ਜਨਬੀ ਸ਼ਹਿਰ ਹੈ, ਤੁਰਕੀ ਸ਼ਹਿਰ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿਸੇ ਨੇ ਵੀ ਇਹੋ ਜਿਹੀ ਤਿੱਖੀ ਧਾਰਾ ਵਾਲੀ ਫੌਲਾਦੀ ਲੋਹੇ ਦੀ ਤਲਵਾਰ ਵੀ ਤਿਆਰ ਕਰ ਲਈ ਹੈ। ਜਾਤ ਅਨੇਕੀ ਕੇਰ ਜੁਨਬੀ, ਜਾਂ ਜਨਬੀ ਅਨੇਕ ਜਾਤਾਂ ਦੀਆਂ ਤੈਗਾਂ ਮੰਨੀਆਂ ਜਾਂਦੀਆਂ ਹਨ। ਕੈਸੀ ਤੀਖਨ ਹੋਏ ਬਨਾਈ, ਮਹਾਰਾਜ ਕਹਿਣ ਲੱਗੇ ਵੀ ਉਸ ਤੈਗ ਦੀ ਧਾਰਾ ਜਿਤਨੀ ਮਰਜੀ ਤਿੱਖੀ ਕਿਉਂ ਨਾ ਬਣਾਈ ਹੋਈ ਹੋਵੇ, ਵੀ ਜੇ ਕਿਤੇ ਮਾੜੀ ਜੀ ਉਂਗਲੀ ਵੀ ਟਿਕ ਗਈ ਨਾਲ ਦੀ ਨਾਲ ਉਹਨੇ ਮਾਸ ਕੱਟ ਕਰਕੇ ਰੱਖ ਦੇਣਾ। ਮਹਾਰਾਜ ਕਹਿਣ ਲੱਗੇ ਵੀ ਅਗਰ ਕਿਸੇ ਨੇ ਜਿਤਨੀ ਮਰਜੀ ਤਿੱਖੀ ਧਾਰਾ ਵਾਲੀ ਫੌਲਾਦੀ ਲੋਹੇ ਦੀ ਤਲਵਾਰ ਤਿਆਰ ਕੀਤੀ ਹੋਈ ਹੈ, ਅਤ ਸੂਖਮ ਤਾਰਾ ਸੁਧਰਾਈ, ਜਿਸ ਦੀ ਧਾਰਾ ਸਾਹ ਦੇ ਉੱਪਰ ਲਾ ਕਰਕੇ ਬਹੁਤ ਹੀ ਜ਼ਿਆਦਾ ਬਰੀਕ ਵੀ ਬਣਾਈ ਹੋਈ ਹੈ। ਅਗਰ ਤਾਏ ਕੇ ਕਾਗਜ਼ ਧਰ ਕੇ, ਭਾਵੇਂ ਉਸ ਤਿੱਖੀ ਧਾਰਾ ਦੇ ਅੱਗੇ ਜਦੋਂ ਤੁਸੀਂ ਬਰੀਕ ਕਾਗਜ਼ ਦੇ ਉੱਪਰ ਨਾ ਆਪਣਾ ਸੂਤ ਚੰਗੀ ਤਰ੍ਹਾਂ ਮੁੱਠੇ ਤੋਂ ਲੈ ਕਰਕੇ ਅਖੀਰ ਤੱਕ ਲਪੇਟ ਦੇਣਾ ਹੈ। ਕਾਚੇ ਤਾਗੇ ਸੋ ਬੰਦ ਕਰਕੇ, ਸਤਿਗੁਰੂ ਜੀ ਕਹਿਣ ਲੱਗੇ ਵੀ ਜੇ ਉਸ ਤੈਗ ਨੂੰ ਚੰਗੀ ਤਰ੍ਹਾਂ ਬਹੁਤ ਬਰੀਕ ਸੂਤ ਦੇ ਨਾਲ ਚੰਗੀ ਤਰ੍ਹਾਂ ਉਹਦੇ ਉੱਪਰ ਤੁਸੀਂ ਲਪੇਟ ਦੇਵੋਗੇ, ਹੋਏ ਸਭ ਦੇਕ ਬੜ ਬਲਵਾਰਾ, ਜਿਹੜਾ ਤਲਵਾਰ ਚਲਾਉਣ ਵਾਲਾ ਜਲਾਦ ਜਿਤਨਾ ਮਰਜੀ ਬਲਵਾਨ ਹੈ, ਜਿਤਨਾ ਵੀ ਉਹਦੇ ਸਰੀਰ ਦੇ ਵਿੱਚ ਜ਼ੋਰ ਕਿਉਂ ਨਾ ਭਰਿਆ ਹੋਇਆ ਹੋਵੇ, ਹਮਰੇ ਤਨ ਪਰ ਕਰੇ ਪ੍ਰਹਾਰਾ, ਅਗਰ ਉਹ ਬਹੁਤ ਬਲਵਾਨ ਮੋਟੇ ਸਰੀਰ ਵਾਲਾ ਜਲਾਦ ਜਦੋਂ ਤਲਵਾਰ ਚਲਾਏਗਾ ਪਰ ਉਹਨੇ ਸਾਡੇ ਸੀਰ ਦੇ ਉੱਪਰ ਕੋਈ ਵੀ ਵਾਰ ਨਹੀਂ ਕਰਨਾ, ਉਸ ਤਿੱਖੀ ਧਾਰਾ ਦਾ ਜਿਹੜਾ ਚਲਾਇਆ ਹੋਇਆ ਵਾਰ ਸਾਡੇ ਸੀਰ ਦੇ ਉੱਪਰ ਕਦੇ ਵੀ ਨਹੀਂ ਲੱਗਣਾ ਹੈ। ਅਪਰ ਵਾਰਤਾ ਕਹੀਏ ਕਾਤੇ, ਇਹ ਤਾਂ ਵੱਧ ਕਰਕੇ ਹੋਰ ਕਿਹੜੀ ਵਾਰਤਾ ਤੁਹਾਨੂੰ ਅਸੀਂ ਆਪਣੇ ਨਾਮ ਦੀ ਜ਼ਬਾਨ ਤੋਂ ਦੱਸ ਸਕਦੇ ਹਾਂ ਵੀ ਇਸੇ ਵਾਸਤੇ ਸਾਡਾ ਜਿਹੜਾ ਨਾਮ ਗੁਰੂ ਪਿਤਾ ਨੇ ਤੇਗ ਬਹਾਦਰ ਰੱਖਿਆ ਹੋਇਆ ਹੈ। ਕਾਗਦ ਪੀ ਨਾ ਸਕੇ ਛਿਦ ਤਾਂ ਤੇ, ਜਿਹੜਾ ਨਾ ਉਸ ਤਲਵਾਰ ਦੀ ਤਿੱਖੀ ਧਾਰਾ ਦੇ ਉੱਪਰ ਬਹੁਤ ਹੀ ਬਰੀਕ ਕਾਗਜ਼ ਹੈ, ਇਸੇ ਤਰ੍ਹਾਂ ਸੂਤ ਉਹ ਵੀ ਰੰਚਕ ਮਾਤਰ ਕਟਿਆ ਨਹੀਂ ਜਾਵੇਗਾ। ਇਹ ਅਜਮਤ ਹੈ ਨਾਮ ਹਮਾਰੇ, ਸਤਿਗੁਰੂ ਜੀ ਕਹਿਣ ਲੱਗੇ ਤੈਗ ਬਹਾਦਰ ਨਾਮ ਦੇ ਵਿੱਚ ਬਸ ਇਹ ਸਾਰਿਆਂ ਨਾਲੋਂ ਵੱਡੀ ਕਰਾਮਾਤ ਤੇ ਬੜੀ ਤਾਕਤ ਭਰੀ ਹੋਈ ਹੈ। ਕਹੇ ਜੇ ਹੋਏ ਨਾ ਪ੍ਰਤੀਤ ਤੁਮਾਰੇ, ਤੀਰਾ ਜਾਂ ਤਾਰੀ ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਅਗਰ ਤੁਹਾਨੂੰ ਸਾਡੇ ਬਚਨਾਂ ਦੇ ਉੱਪਰ ਕੋਈ ਯਕੀਨ ਭਰੋਸਾ ਨਹੀਂ ਨਾ ਹੁੰਦਾ, ਫਿਰ ਤੁਸੀਂ ਇਸ ਹਕੀਕਤ ਨੂੰ ਸਾਹਮਣੇ ਪ੍ਰੈਕਟੀਕਲੀ ਤੌਰ ਤੇ ਦੇਖ ਵੀ ਸਕਦੇ ਹੋ। ਤੋ ਅਜਮਾਇਜ ਕਰ ਲਿਓ ਦੇਖ, ਫਿਰ ਸਾਡੇ ਨਾਮ ਦੀ ਜਿਹੜੀ ਅਜਮਾਇਸ਼ ਤੁਸੀਂ ਆਪਣੇ ਆਪ ਹੀ ਸਾਹਮਣੇ ਕਰਕੇ ਦੇਖ ਲੈਣੀ ਹੈ। ਕਹੇ ਸਾਚ ਸੋ ਲਿਓ ਪਰੇਖ, ਜਿਹੜੇ ਸਾਡੇ ਸੱਚੇ ਬਚਨ ਤੁਸੀਂ ਆਪਣੇ ਆਪ ਹੀ ਸਾਰਿਆਂ ਨੇ ਸਾਹਮਣੇ ਪਰਖ ਲੈਣੇ ਹਨ। ਇਹ ਜਬ ਉਤਰ ਗੁਰੂ ਪ੍ਰਕਾਸ਼ਾ, ਜਦੋਂ ਇਹੋ ਜਿਹਾ ਉੱਤਰ ਬਾਦਸ਼ਾਹ ਔਰੰਗਜ਼ੇਬ ਦੇ ਪ੍ਰਸ਼ਨ ਦਾ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਸੁਣਾ ਦਿੱਤਾ ਸੀ। ਚਪਲਤ ਗਏ ਸ਼ਾਹੂ ਕੇ ਪਾਸਾ, ਇਹ ਵੀ ਹੁਣ ਬੜੀ ਤੇਜ਼ੀ ਦੇ ਨਾਲ ਉਸੇ ਵਕਤ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਪਹੁੰਚ ਗਏ ਹਨ। ਕਰਾਮਾਤ ਪਹਿਲੇ ਨੇ ਮਾਨਤ, ਮੌਲਾਨਾ
ਤੇ ਐਲਕਾਰ ਕਹਿਣ ਲੱਗਿਆ, ਇਹ ਬਾਦਸ਼ਾਹ ਸਲਾਮਤ, ਪਹਿਲਾਂ ਤਾਂ ਗੁਰੂ ਜੀ ਕੋਈ ਵੀ ਨਾ ਇਹੋ ਜੀ ਕਰਾਮਾਤ ਸ਼ਕਤੀ ਦਿਖਾਉਣ ਵਾਸਤੇ ਨਹੀਂ ਮੰਨਦੇ ਸਨ, ਆਪਨ ਨਾਮ ਪਰ ਅਬੇ ਬਖਾਨਤ। ਪਰ ਹੁਣ ਆਪਣੇ ਨਾਮ ਦੇ ਵਿੱਚ ਬੜੀ ਕਰਾਮਾਤ ਸ਼ਕਤੀ ਜ਼ਰੂਰ ਦੱਸਣ ਲੱਗ ਪਏ ਹਨ। ਕਹੇ ਸੋ ਦੇਖ ਲਿਓ ਅਜਮਾਏ। ਇਹ ਵੀ ਗੁਰੂ ਜੀ ਨੇ ਵਾਅਦਾ ਕੀਤਾ ਹੈ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਵਹਿਮ ਹੈ, ਕੋਈ ਸ਼ੰਕਾ ਹੈ, ਫਿਰ ਤੁਸੀਂ ਇਹਨਾਂ ਬਚਨਾਂ ਦੀ ਅਜਮਾਇਸ਼ ਆਪਣੇ ਆਪ ਹੀ ਸਾਰੇ ਸਾਹਮਣੇ ਕਰ ਸਕਦੇ ਹੋ। ਤਿੱਖੀ ਤੇ ਕਾਗਦ ਨਾ ਕਟਾਏ। ਵੀ ਸਾਡੇ ਸੀਸ ਨੂੰ ਇਹੋ ਜੀ ਤਿੱਖੀ ਧਾਰਾ ਵਾਲੀ ਜਿਹੜੀ ਤਲਵਾਰ ਕਦੇ ਵੀ ਕੱਟ ਨਹੀਂ ਸਕੇਗੀ। ਸੁਨ ਅਵਰੰਗ ਕੀਮਤ ਵੱਡ ਤੇਗ। ਸੁਣਨ ਅਨੁਸਾਰ ਬਾਦਸ਼ਾਹ ਔਰੰਗਜ਼ੇਬ ਨੇ ਇਹੋ ਜੀ ਫੌਲਾਦੀ ਲੋਹੇ ਦੀ ਚਮਕਦੀ ਹੋਈ ਤਿੱਖੀ ਧਾਰਾ ਵਾਲੀ ਜਿਹੜੀ ਤਲਵਾਰ ਮੰਗਾਉਣ ਵਾਸਤੇ ਮਨ ਦੇ ਵਿੱਚ ਵਿਚਾਰ ਕੀਤੀ ਹੈ। ਕਹੇ ਕੋ ਸ਼ਪ ਅਨਵਾਏ ਸਵੇਗ। ਜਿਹੜਾ ਇਹਦਾ ਖਜ਼ਾਨਚੀ ਉਸ ਨੂੰ ਕਹਿ ਕਰਕੇ ਉਹ ਜੀ ਫੌਲਾਦੀ ਲੋਹੇ ਦੀ ਜਿਹੜੀ ਬਹੁਤ ਤਿੱਖੀ ਧਾਰਾ ਵਾਲੀ ਤੇਗ ਹੈ, ਆਪ ਹੁਕਮ ਕਰਕੇ ਉਸ ਤੋਸ਼ੇ ਖਾਨੇ ਦੇ ਵਿੱਚੋਂ ਕਢਵਾ ਲਈ ਸੀ। ਲੈ ਨਿਜ ਕਰ ਮੈਂ ਤੁਰਤ ਨਿਕਾਰੀ। ਉਸੇ ਵਕਤ ਬਾਦਸ਼ਾਹ ਔਰੰਗਜ਼ੇਬ ਨੇ ਆਪ ਮਿਆਨ ਦੇ ਵਿੱਚੋਂ ਉਸ ਤਿੱਖੀ ਧਾਰਾ ਵਾਲੀ ਤਲਵਾਰ ਨੂੰ ਬਾਹਰ ਕੱਢਿਆ ਸੀ। ਅਤਿਸ਼ੇ ਖਰ ਤਾਰਾ ਸੋ ਨਿਹਾਰੀ। ਦੇਖਿਆ ਵੀ ਇਹਦੀ ਜਿਹੜੀ ਧਾਰਾ ਸਾਰ ਲਾ ਲਾ ਕਰਕੇ ਬਹੁਤ ਬਰੀਕ ਤੇ ਬਹੁਤ ਹੀ ਜ਼ਿਆਦਾ ਇਹ ਤਿੱਖੀ ਕੀਤੀ ਹੋਈ ਹੈ। ਨਿਜ ਹਦੂਰ ਕਾਗਦ ਕੋ ਲੈ ਕੇ। ਆਪਣੇ ਸਾਹਮਣੇ ਬਾਦਸ਼ਾਹ ਔਰੰਗਜ਼ੇਬ ਨੇ ਉਸੇ ਤਰ੍ਹਾਂ ਕੀਤਾ ਨਾ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਰਸਨਾ ਤੋਂ। ਆਪਣੇ ਸਾਹਮਣੇ ਨੌਕਰਾਂ ਨੂੰ ਕਹਿਣ ਲੱਗਿਆ ਵੀ ਪਹਿਲਾਂ ਤਾਂ ਇਸ ਤਿੱਖੀ ਧਾਰਾ ਵਾਲੀ ਜਿਹੜੀ ਤਲਵਾਰ ਹੈ ਉਹਦੇ ਉੱਪਰ ਬਹੁਤ ਇੱਕ ਬਰੀਕ ਕਾਗਜ਼ ਲਪੇਟ ਦੇਣਾ ਹੈ। ਤਾਗੇ ਸੰਗ ਬੰਦਬੋ ਕੇ। ਫਿਰ ਉਹ ਜਿਹੜਾ ਬਰੀਕ ਕਾਗਜ਼ ਤਾਗੇ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਬੰਨ ਵੀ ਦੇਣਾ ਹੈ। ਇੱਕ ਸੈਯਦ ਟਿਕ ਦੇਖਿਓ ਜਵਾਨ। ਉਸੇ ਵਕਤ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਸੈਯਦ ਬੜਾ ਲੰਮੇ ਕੱਦ ਵਾਲਾ ਜਵਾਨ ਜਲਾਦ ਵੀ ਦੇਖ ਲਿਆ ਸੀ। ਬਾਹੂ ਵੱਡੀ ਅਦਕ ਬਲਵਾਨ। ਜਿਹਦੇ ਸਰੀਰ ਦੇ ਵਿੱਚ ਬੜਾ ਬਲ ਤੇ ਬੜਾ ਜ਼ੋਰ ਭਰਿਆ ਹੋਇਆ ਹੈ। ਕਿਤਕ ਮੁਲਾਨੇ ਅਰ ਉਮਰਾਵ। ਉਸ ਵਕਤ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਬਹੁਤ ਸਾਰੇ ਕਾਜੀ ਮੁਲਾਣੇ, ਇਸੇ ਤਰ੍ਹਾਂ ਵੱਡੇ ਵੱਡੇ ਐਲਕਾਰ ਵੀ ਆ ਕਰਕੇ ਖੜ ਗਏ ਸਨ। ਕਰੇ ਸੰਗ ਦੇਖਨ ਚਿਤ ਚਾਵ। ਹੁਣ ਇਸ ਹਕੀਕਤ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਸਿਆਣੇ ਸਿਆਣੇ ਕਾਜੀ ਮੁਲਾਣੇ ਬੜੇ ਬੜੇ ਐਲਕਾਰ ਇੱਕ ਥਾਂ ਤੇ ਇਕੱਠੇ ਕਰ ਲਏ ਹਨ। ਸੁਣ ਕੇ ਜਿਸ ਕਿਸ ਨੇ ਨਿਜ ਕਾਨ। ਜ਼ਿਆਦਾ ਇਹ ਗੱਲਾਂ ਬਾਤਾਂ ਬਾਦਸ਼ਾਹ ਔਰੰਗਜ਼ੇਬ ਦੀ ਜਵਾਨ ਤੋਂ ਸਾਰਿਆਂ ਦੇ ਕੰਨਾਂ ਦੇ ਵਿੱਚ ਪੈ ਚੁੱਕੀਆਂ ਸਨ ਵੀ ਅੱਜ ਗੁਰੂ ਜੀ ਦੇ ਨਾਮ ਦੀ ਜਿਹੜੀ ਬਹਾਦਰੀ ਹੈ ਨਾ ਉਹਨੂੰ ਬਾਦਸ਼ਾਹ ਔਰੰਗਜ਼ੇਬ ਨੇ ਸਾਹਮਣੇ ਐਨ ਪ੍ਰੈਕਟੀਕਲੀ ਤੌਰ ਤੇ ਅਜ਼ਮਾਇਸ਼ ਕਰਨੀ ਹੈ। ਹੇਰਨ ਹੇਦ ਚਲੇ ਤਿਸ ਥਾਨ। ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਬੰਦ ਕੀਤਾ ਹੋਇਆ ਸੀ, ਉੱਥੇ ਕਾਜੀ ਵੀ ਮੌਲਾਣੇ ਵੱਡੇ ਵੱਡੇ ਅਹਿਲਕਾਰ ਪਹੁੰਚ ਗਏ ਹਨ। ਉਤ ਨਰੰਗ ਇਮ ਕਰਤੋ ਪਇਓ। ਉਧਰੋਂ ਬਾਦਸ਼ਾਹ ਨੇ ਸਤਿਗੁਰੂ ਜੀ ਦੇ ਨਾਮ ਦੀ ਜਿਹੜੀ ਪਰਖ ਕਰਨ ਵਾਸਤੇ ਕਾਜੀ ਮੌਲਾਣਿਆਂ ਔਰ ਅਹਿਲਕਾਰਾਂ ਦੇ ਵਿੱਚ ਗੱਲ ਕਹਿ ਦਿੱਤੀ ਹੈ। ਇਤ ਸਤਿਗੁਰ ਟਿਗ ਸਿੱਖ ਪਹੁੰਚਿਓ। ਇਸ ਤਰ੍ਹਾਂ ਜਿਹੜਾ ਆਨੰਦਪੁਰ ਤੋਂ ਚੱਲਿਆ ਹੋਇਆ ਪ੍ਰੇਮੀ ਉਹ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਾਸ
ਹਾਜ਼ਰ ਹੋ ਗਿਆ ਸੀ। ਜਮਾ ਦਾ ਟਿਕ ਪਹੁੰਚਿਓ ਸੋਏ। ਜਾ ਕਰਕੇ ਜਦੋਂ ਇਹਨੇ ਜੈਲ ਦਰੋਗੇ ਦੇ ਪਾਸ ਸਾਰੀ ਗੱਲਬਾਤ ਕੀਤੀ ਹੈ, ਪਾਖਿਓ ਮਿਲਨ ਗੁਰੂ ਸੰਗ ਹੋਏ। ਕਹਿ ਲੱਗਿਆ ਵੀ ਜਮਾਦਾਰ ਨੂੰ ਵੀ ਮੈਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਮਿਲਣਾ ਚਾਹੁੰਦਾ ਹਾਂ। ਡਰ ਤੁਰਕਨ ਤੇ ਕਰ ਉਰਮਾਹੀ। ਇਹਦੇ ਮਨ ਦੇ ਵਿੱਚ ਕੋਈ ਵੀ ਤੁਰਕਾਂ ਦਾ, ਮੁਗਲਾਂ ਦਾ, ਮੁਸਲਮਾਨਾਂ ਦਾ ਡਰ ਰੱਤੀ ਭਰ ਵੀ ਪੈਦਾ ਨਹੀਂ ਹੋਇਆ ਸੀ। ਨਿਜ ਸੰਗ ਲੈ ਗਮਨਿਓ ਗੁਰ ਪਾਈ। ਉਸੇ ਬਾਤ ਜਿਹੜਾ ਸੀ ਹੈ ਜੈਲ ਦਰੋਗਾ ਲੈ ਕਰਕੇ ਗੁਰ ਸਿੱਖਾਂ ਨੂੰ ਮਹਾਰਾਜ ਦੇ ਪਾਸ ਪਹੁੰਚ ਗਿਆ। ਜਦੋਂ ਦਾ ਇਹਨੇ ਹੋ ਜਿਹਾ ਕੌਤਕ ਦੇਖ ਲਿਆ ਆਪਣੀ ਅੱਖਾਂ ਦੇ ਨਾਲ, ਉਸ ਦਿਨ ਤੋਂ ਅਬਦੁੱਲਾ ਨਾਮ ਦਾ ਜਿਹੜਾ ਜੈਲ ਦਰੋਗਾ, ਉਹਨੇ ਸਤਿਗੁਰੂ ਜੀ ਦੇ ਉੱਪਰ ਜਿਹੜੀ ਸਖਤਾਈ ਬਹੁਤ ਹੀ ਕਢਾ ਦਿੱਤੀ ਸੀ। ਪਤਾ ਲੱਗ ਗਿਆ ਵੀ ਇਹ ਤਾਂ ਕਰਾਮਾਤ ਸ਼ਕਤੀ ਦੇ ਮਾਲਕ ਹਨ। ਸਾਡੇ ਵਰਗੇ ਇਹਨਾਂ ਨੂੰ ਕੈਦ ਦੇ ਵਿੱਚੋਂ ਬਾਹਰ ਜਾਣ ਦੇ ਲਈ ਕਿਵੇਂ ਰੋਕ ਸਕਦੇ ਹਨ। ਬੰਧਨ ਕਰ ਸਭ ਕਹੇ ਸੰਦੇਸ਼। ਪਹਿਲਾਂ ਇਹਨੇ ਸਤਿਗੁਰੂ ਜੀ ਦੇ ਅੱਗੇ ਮੱਥਾ ਟੇਕਿਆ, ਨਮਸਕਾਰ ਕੀਤੀ। ਉਹ ਤੋਂ ਬਾਅਦ ਪਰਿਵਾਰ ਦੇ ਜਿਹੜੇ ਸਨੇਹ ਉਹ ਵੀ ਮਹਾਰਾਜ ਦੇ ਅੱਗੇ ਬੇਨਤੀ ਦੇ ਰੂਪ ਦੇ ਵਿੱਚ ਇਹਨੇ ਕਹਿ ਦਿੱਤੇ ਹਨ। ਸੁਧ ਹਿਤ ਆਇਓ ਸ਼ੀਘਰ ਵਿਸ਼ੇਸ਼। ਐ ਗਰੀਬਨ ਵਾ ਸੱਚੇ ਪਾਤਸ਼ਾਹ, ਮੈਨੂੰ ਤਾਂ ਆਪ ਦੇ ਪਰਿਵਾਰ ਨੇ ਵਿਸ਼ੇਸ਼ ਤੌਰ ਤੇ ਨਾ ਇਹ ਖਬਰ ਲੈਣ ਦੇ ਲਈ ਆਨੰਦਪੁਰ ਤੋਂ ਭੇਜਿਆ ਹੈ। ਤਬ ਸਤਿਗੁਰ ਸਭ ਵਿਦ ਸਮਝਾਇਓ। ਉਸੇ ਬਾਤ ਸੁਣ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਾਰੀ ਜਿਹੜੀ ਵਿਧੀ ਹੈ, ਸਾਰਾ ਜਿਹੜਾ ਢੰਗ ਤਰੀਕਾ ਭਾਈ ਜੈਤਾ ਜੀ ਨੂੰ ਆਪਣੇ ਵੱਲੋਂ ਸਮਝਾ ਦਿੱਤਾ ਸੀ। ਕਿਤਨੀ ਵੱਡੀ ਮਹਾਨ ਸੇਵਾ ਭਾਈ ਜੈਤਾ ਜੀ ਨੂੰ ਪ੍ਰਾਪਤ ਹੋਣੀ ਹੈ। ਸਤਿਗੁਰੂ ਜੀ ਨੇ ਸਰਬਾਗੰਤਰ ਜਾਮੀ ਪਤਾ ਹੈ ਵੀ ਥੋੜ੍ਹੇ ਟਾਈਮ ਦੇ ਬਾਅਦ ਸਾਡਾ ਜਿਹੜਾ ਸੀਸ ਇਹਨਾਂ ਜ਼ਾਲਮਾਂ ਪਾਪੀਆਂ ਦੁਸ਼ਟਾਂ ਨੇ ਧੜਦੇ ਨਾਲੋਂ ਲਹਿਦਾ ਕਰਨ ਦੇ ਲਈ ਹੁਕਮ ਕਰ ਦੇਣਾ ਹੈ। ਜਦੋਂ ਇਹ ਗੁਰਸਿੱਖ ਮਹਾਰਾਜ ਦੇ ਸਾਹਮਣੇ ਆਇਆ, ਉਸ ਵਕਤ ਸਤਿਗੁਰੂ ਜੀ ਨੇ ਸਾਰੀ ਵਿਧੀ, ਸਾਰਾ ਜਿਹੜਾ ਢੰਗ ਤਰੀਕਾ ਆਪਣੇ ਵੱਲੋਂ ਦੱਸ ਦਿੱਤਾ ਸੀ। ਅੰਤ ਸਮਾ ਤਨ ਕੋ ਅਬ ਆਇਓ। ਮਹਾਰਾਜ ਕਹਿਣ ਲੱਗੇ ਭਾਈ ਗੁਰਸਿੱਖਾ, ਬੜੇ ਸੁਨਹਿਰੀ ਮੌਕੇ 'ਤੇ ਤੂੰ ਪਹੁੰਚ ਗਿਆ। ਹੁਣ ਸਾਡੇ ਸਰੀਰ ਦਾ ਜਿਹੜਾ ਅੰਤ ਦਾ ਟਾਈਮ ਬਹੁਤ ਹੀ ਨੇੜੇ ਆ ਚੁੱਕਿਆ ਹੈ। ਰਹੋ ਠੋਰ ਕਾਰਾਗਰੇ ਨੇਰੇ। ਜਦੋਂ ਸਾਡੀ ਮਹਾਨ ਸ਼ਹਾਦਤ ਹੋਏਗੀ ਤੇ ਉਸ ਵਕਤ ਜੇਲ੍ਹ ਦੇ ਬਿਲਕੁਲ ਨੇੜੇ ਤੇੜੇ ਹੀ ਰਹਿਣਾ ਹੈ। ਸੀਸ ਆਏ ਚੋਰੀ ਵਿੱਚ ਤੇਰੇ। ਜਦੋਂ ਵੀ ਬਾਦਸ਼ਾਹ ਔਰੰਗਜ਼ੇਬ ਨੇ ਜ਼ਲਾਦ ਨੂੰ ਨਾ ਆਪਣੇ ਵੱਲੋਂ ਸਾਡੇ ਸੀਹ ਦੇ ਉੱਪਰ ਫੌਲਾਦੀ ਲੋਹੇ ਦੀ ਤਲਵਾਰ ਦਾ ਵਾਰ ਕਰਨ ਵਾਸਤੇ ਹੁਕਮ ਦੇਣਾ, ਉਹ ਤੋਂ ਪਹਿਲਾਂ ਹੀ ਸਾਡਾ ਜਿਹੜਾ ਸੀਸ ਤੇਰੀ ਝੋਲੀ ਦੇ ਵਿੱਚ ਆ ਪਵੇਗਾ। ਬਿਨਾ ਤਰਾਸ ਬਿਨ ਬਿਲਮ ਸਿਧਾਰੋ। ਪਰ ਤੈਂ ਸਾਡਾ ਜਿਹੜਾ ਸਰੀਰ ਬਿਨਾਂ ਡਰ ਤੋਂ, ਬਿਨਾਂ ਕਿਸੇ ਭੈ ਤੋਂ ਇਸ ਸੀਸ ਨੂੰ ਤੈਂ ਸਾਡੇ ਸਾਹਿਬਜ਼ਾਦੇ ਦੇ ਪਾਸ ਲੈ ਕਰਕੇ ਪਹੁੰਚਣਾ ਹੈ। ਪਹੁੰਚ ਆਨੰਦਪੁਰ ਮੈਂ ਸੰਸਕਾਰੋ। ਸਾਡੇ ਸੀਸ ਦਾ ਜਿਹੜਾ ਸੰਸਕਾਰ ਸਾਰੀਆਂ ਸੰਗਤਾਂ ਨੇ ਰਲ ਮਿਲ ਕਰਕੇ ਬੜੇ ਸਤਿਕਾਰ ਦੇ ਨਾਲ ਆਨੰਦਪੁਰ ਦੇ ਵਿੱਚ ਸੰਸਕਾਰ ਕਰਨਾ ਹੈ। ਭਲੇ ਸਮੇਂ ਪਹੁੰਚੋ ਅਬ ਆਏ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਗੁਰਮੁਖਾ ਬਹੁਤ ਹੀ ਐਨ ਵੇਲੇ ਸਿਰ ਤੂੰ ਸਾਡੇ ਪਾਸ ਪਹੁੰਚ ਚੁੱਕਿਆ ਹੈ। ਸੀਸ ਹਮਾਰਾ ਲੈ ਪਹੁੰਚਾਏ। ਪਰ ਇਹ ਜਿਹੜੀ ਸੇਵਾ ਅਕਾਲ ਪੁਰਖ ਵਾਹਿਗੁਰੂ ਨੇ ਪਹਿਲਾਂ ਹੀ ਤੇਰੇ ਕਰਮਾਂ ਦੇ ਵਿੱਚ
ਲਿਖਣੀ ਕੀਤੀ ਹੈ, ਇਹ ਸੇਵਾ ਤੈਨੂੰ ਹੀ ਪ੍ਰਾਪਤ ਹੋਏਗੀ। ਹੈ ਭਾਵੇਂ ਬੜੀ ਔਖੀ, ਬੜੀ ਮੁਸ਼ਕਲ, ਰਾਹ ਵੀ ਬਹੁਤ ਵਿਖੜਾ ਹੈ। ਸਫ਼ਰ ਕਰਨਾ ਇਤਨਾ ਉਹਨਾਂ ਸਮਿਆਂ ਦੇ ਵਿੱਚ ਬੜਾ ਮੁਸ਼ਕਿਲ ਹੀ ਹੋਇਆ ਕਰਦਾ ਸੀ, ਪਰ ਫਿਰ ਵੀ ਮਹਾਰਾਜ ਕਹਿਣ ਲੱਗੇ ਵੀ ਇਹ ਮਹਾਨ ਸੇਵਾ ਤੈਨੂੰ ਹੀ ਪਰਮਾਤਮਾ ਨੇ ਤੋਰਾ ਦਰਗਾਹੋਂ ਬਖਸ਼ੀ ਹੋਈ ਹੈ। ਸੁਣ ਕੇ ਜਮਾਦਾਰ ਸਿੱਖ ਦੋਏ, ਜਦੋਂ ਇਹ ਆਗਾਮੀ ਬਚਨ ਜੇਲ੍ਹ ਦਰੋਗੇ ਔਰ ਇਸ ਗੁਰਸਿੱਖ ਨੇ ਮਹਾਰਾਜ ਦੀ ਰਸਨਾ ਤੋਂ ਕੰਨਾਂ ਦੇ ਨਾਲ ਸੁਣ ਲਏ ਹਨ। ਚਲਿਓ ਦਿਰਗਨ ਤੇ ਜਲ ਤਵ ਰੋਏ, ਸੁਣਨ ਸਾਰ ਇਹਨਾਂ ਦੋਵਾਂ ਦੇ ਨੇਤਰਾਂ ਦੇ ਵਿੱਚੋਂ ਵੱਡਾ ਵੱਡਾ ਜਿਹੜੇ ਬੈਰਾਗ ਦੇ ਹੰਝੂ ਵਗਣ ਲੱਗ ਪਏ ਸਨ। ਗੁਰ ਸਮਝਾਏ ਧੀਰ ਤਰੀਜੈ, ਪਰ ਫਿਰ ਵੀ ਬੈਰਾਗ ਦੀ ਮੋਹਰਤ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਦੋਵਾਂ ਨੂੰ ਪਾਸ ਬਿਠਾ ਕਰਕੇ ਬੜੇ ਪਿਆਰ ਦੇ ਨਾਲ ਸਮਝਾਉਣਾ ਕੀਤਾ ਸੀ। ਪਰਮੇਸ਼ਰ ਕੋ ਸਿਮਰਨ ਕੀਜੈ, ਮਹਾਰਾਜ ਨੇ ਬਚਨ ਕੀਤਾ ਵੀ ਤੇ ਰਾਹ ਦੇ ਵਿੱਚ ਵੀ ਉਸ ਭਗਵਾਨ ਦਾ ਜਿਹੜਾ ਨਾਮ, ਪ੍ਰਭੂ ਦਾ ਨਾਮ ਔਰ ਰਸਨਾ ਦੇ ਨਾਲ ਜਪਦੇ ਹੀ ਰਹਿਣਾ ਹੈ। ਨਿਕਟ ਸੇਵਹਿਤ ਸਿੱਖ ਗੁਰ ਦਿੱਤਾ, ਬਾਬਾ ਗੁਰ ਦਿੱਤਾ ਜੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਬਾਂਹ ਦੇ ਵਿੱਚੋਂ ਇਹ ਹਰ ਵਕਤ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਹੀ ਹਾਜ਼ਰ ਰਿਹਾ ਕਰਦੇ ਸਨ। ਤਿਸ ਕੋ ਤੀਰਜ ਬੋ ਬਿਦ ਦਿੱਤਾ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਨਜ਼ਦੀਕ ਬੁਲਾ ਕਰਕੇ ਬੜਾ ਦਿਲਾਸਾ ਤੇ ਬਹੁਤ ਜ਼ਿਆਦਾ ਤਰਵਾਸ ਬਖਸ਼ ਦਿੱਤਾ ਸੀ। ਹਮਰੇ ਪਾਛੇ ਛੋਰੇ ਤੋਏ, ਮਹਾਰਾਜ ਕਹਿ ਲਗੇ ਵੀ ਜਦੋਂ ਸਾਡੇ ਸ਼ਹੀਦੀ ਹੋ ਗਈ, ਜਦੋਂ ਸਾਡਾ ਇਹ ਜਿਹੜਾ ਪਾਵਨ ਸਰੀਰ ਧਰਦੇ ਨਾਲੋਂ ਲਹਿਦਾ ਹੋ ਗਿਆ, ਉਹ ਤੋਂ ਬਾਅਦ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਨੇ ਤੈਨੂੰ ਆਪਣੇ ਆਪ ਹੀ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦੇਣਾ ਹੈ। ਕਰੋ ਤਥਾ ਜਿਮ ਉਰਮੈ ਹੋਏ, ਸਤਿਗੁਰੂ ਜੀ ਕਹਿ ਲੱਗੇ ਬਾਬਾ ਗੁਰਦਿੱਤਾ ਜੀ ਸ਼ਹੀਦੀ ਤੋਂ ਬਾਅਦ ਜਿਵੇਂ ਵੀ ਤੁਹਾਡੀ ਮੌਜ ਹੈ ਉਸੇ ਤਰ੍ਹਾਂ ਤੁਸੀਂ ਆਪ ਕਰ ਸਕਦੇ ਹੋ। ਬੋਲਿਓ ਹਾਥ ਜੋਰ ਮਮ ਆਸਾ, ਉਸੇ ਟਾਈਮ ਤੇ ਬਾਬਾ ਗੁਰਦਿੱਤਾ ਜੀ ਨੇ ਵੀ ਆਪਣੇ ਵੱਲੋਂ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰ ਦਿੱਤੀ ਹੈ। ਜਿਹੜੇ ਬਾਬਾ ਬੁੱਢਾ ਜੀ ਦੀ ਬਾਂਹ ਦੇ ਵਿੱਚ ਜਿਹੜੇ ਵੀ ਪੈਦਾ ਹੋਏ ਸਾਰੇ ਕਾਰਕ ਤੇ ਪੂਰਨ ਬ੍ਰਹਮ ਗਿਆਨੀ ਗੁਰ ਸਿੱਖ ਹੋਏ ਹਨ। ਇਤ ਉਤਰੋ ਆਪ ਕੇ ਪਾਸਾ, ਕਹਿ ਲੱਗਿਆ ਸੱਚੇ ਪਾਤਸ਼ਾਹ ਉਤਨਾ ਟਾਈਮ ਤਾਂ ਮੈਂ ਆਪ ਦੀ ਸੇਵਾ ਦੇ ਵਿੱਚ ਹੀ ਹਾਜ਼ਰ ਰਹਿਣਾ ਹੈ। ਨੇ ਪਾਛੇ ਮੈਂ ਜੀਵਨ ਕਰੂੰ, ਪਰ ਜਦੋਂ ਆਪ ਨੇ ਬਹੁਤ ਵੱਡੀ ਮਹਾਨ ਸ਼ਹਾਦਤ ਦੇ ਦਿੱਤੀ, ਉਹ ਤੋਂ ਬਾਅਦ ਮੈਂ ਕਦੇ ਵੀ ਇਸ ਦੁਨੀਆ ਦੇ ਵਿੱਚ ਜਿਉਂਦਾ ਨਹੀਂ ਰਹਿਣਾ ਚਾਹੁੰਦਾ। ਮੈਂ ਵੀ ਆਪਣੇ ਪ੍ਰਾਣੀ ਤਿਆਗ ਦੇਣੇ ਹਨ। ਤਾਤ ਕਾਲ ਨਿਜ ਪ੍ਰਾਨਨ ਹਰਹੁ, ਜਦੋਂ ਵੀ ਆਪ ਨੇ ਬਹੁਤ ਵੱਡਾ ਪਾਣਾ ਵਰਤਾ ਦਿੱਤਾ, ਉਹ ਤੋਂ ਬਾਅਦ ਮੈਂ ਫਿਰ ਦੁਨੀਆ ਦੇ ਵਿੱਚ ਰਹਿ ਕੇ ਲੈਣਾ ਕੀ ਹੈ। ਆਪ ਦੀ ਸ਼ਹੀਦੀ ਤੋਂ ਬਾਅਦ ਮੈਂ ਵੀ ਆਪਣਾ ਜਿਹੜਾ ਪੰਜ ਭੌਤਿਕ ਸਰੀਰ ਤਿਆਗ ਦੇਵਾਂਗਾ। ਸੁਨ ਸਤਿਗੁਰ ਤੇ ਬਾਕ ਬਖਾਨਾ, ਇਹ ਸੁਣ ਕਰਕੇ ਬਾਬਾ ਗੁਰਦਿੱਤਾ ਜੀ ਦੇ ਪਾਸੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੀ, ਪੰਜ ਕੋਸ ਪੁਰ ਤੇ ਤੁਮ ਥਾਨਾ, ਵੀ ਆ ਦਿੱਲੀ ਤੋਂ 5 ਕੋਹਾਂ ਦੀ ਦੂਰੀ ਤੇ ਬਾਹਰਲੇ ਪਾਸੇ ਭਾਵੇਂ ਇਸ ਅਸਥਾਨ ਦਾ ਕੋਈ ਵੀ ਜਿਹੜਾ ਨਿਸ਼ਾਨ ਕਾਇਮ ਤਾਂ ਨਹੀਂ ਰਹਿ ਸਕਿਆ ਵੀ ਕਿਸ ਥਾਂ ਤੇ ਬਾਬਾ ਬੁੱਢਾ ਜੀ ਨੇ ਕੁਝ ਕੁ ਟਾਈਮ ਉਹ ਸਮੇਂ ਰਹਿ ਕਰਕੇ ਬਤੀਤ ਕੀਤਾ ਸੀ। ਪਰ
ਮਹਾਰਾਜ ਕਹਿਣ ਲੱਗੇ ਵੀ ਦਿੱਲੀ ਸ਼ਹਿਰ ਤੋਂ ਬਾਹਰਲੇ ਪਾਸੇ 5 ਕੋਹਾਂ ਤੇ ਇਹ ਅਸਥਾਨ ਬਾਬਾ ਬੁੱਢਾ ਜੀ ਦਾ ਕਾਇਮ ਹੈ। ਭਾਈ ਬਿਰਦ ਰਿਓ ਇੱਕ ਵਾਰੀ। ਇੱਕ ਵਾਰੀ ਬਾਬਾ ਬੁੱਢਾ ਜੀ ਨੇ ਵੀ ਕਾਫੀ ਟਾਈਮ ਉਸ ਜਗ੍ਹਾ ਤੇ ਨਾ ਉੱਪਰ ਰਹਿ ਕਰਕੇ ਬਤੀਤ ਕੀਤਾ। ਜਦੋਂ ਮੇਰੇ ਪੀਰੀ ਦਾ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਤੋਂ ਅੱਗੇ ਫਿਰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਚਲੇ ਗਏ। ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਜਾਣ ਤੋਂ ਬਾਅਦ ਜਿਹੜੇ ਸਤਿਗੁਰੂ ਜੀ ਦੇ ਘੋੜੇ ਕਾਫੀ ਤੁਬਲੇ ਕਮਜ਼ੋਰ ਹੋ ਗਏ, ਅਤੇ ਜਿਹੜਾ ਸੀ ਉੱਥੋਂ ਦਾ ਉਹ ਦਰੋਗਾ, ਉਹਦੇ ਮਨ ਦੇ ਵਿੱਚ ਬੜੀ ਈਰਖਾ ਵੀ ਭਰੀ ਹੋਈ ਸੀ। ਉਹ ਚੰਦੂ ਦੁੱਟ ਵਰਗੇ ਉਹ ਵੀ ਸਿਖਾਉਂਦੇ ਰਹਿੰਦੇ ਸਨ। ਦੇਖਿਆ ਵੀ ਇਹ ਘੋੜਿਆਂ ਨੂੰ ਨਾ ਤਾਂ ਚੰਗੀ ਤਰ੍ਹਾਂ ਦਾਣਾ ਅਤੇ ਨਾ ਕੋਈ ਘਾਹ ਖਾਣ ਦੇ ਲਈ ਨਹੀਂ ਦਿੰਦੇ ਹਨ। ਸਤਿਗੁਰੂ ਜੀ ਦੇ ਅੱਗੇ ਜਦੋਂ ਗੁਰ ਸਿੱਖਾਂ ਨੇ ਹੱਥ ਜੋੜੇ, ਮਹਾਰਾਜ ਆਪਦੇ ਘੋੜੇ ਤਾਂ ਬੜੇ ਦੁਬਲੇ ਕਮਜ਼ੋਰ ਹੋ ਗਏ ਹਨ। ਉਸ ਸਮੇਂ ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਬਾਬਾ ਬੁੱਢਾ ਜੀ ਨੂੰ ਆ ਦਿੱਲੀ ਸ਼ਹਿਰ ਦੇ ਬਾਹਰਲੇ ਪਾਸੇ ਭੇਜ ਦਿਓ। ਉੱਥੇ ਘੋੜਿਆਂ ਦੇ ਲਈ ਬਹੁਤ ਤਾਜ਼ਾ ਹਰਾ ਘਾਹ ਜਿਹੜਾ ਚਾਰਾਂ ਦੇ ਲਈ ਖੁੱਲ੍ਹਾ ਡੁੱਲਾ ਪ੍ਰਾਪਤ ਹੋ ਜਾਣਾ ਹੈ। ਗੁਰੂ ਗਵਾਲੀਅਰ ਕੇਰ ਮਝਾਰੀ। ਮੇਰੀ ਪੀਰੀ ਦਾ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਮੇਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਗਏ ਹੋਏ ਸਨ। ਤਵੇ ਤੁਰੰਗਮ ਲੈ ਸੰਗਸਾਰੇ। ਉਸ ਵਕਤ ਬਾਬਾ ਬੁੱਢਾ ਜੀ ਗੁਰੂ ਘਰ ਦੇ ਜਿਹੜੇ ਘੋੜੇ ਲੈ ਕਰਕੇ ਨਾ ਉਸ ਜਗ੍ਹਾ ਤੇ ਪਹੁੰਚੇ ਸਨ। ਤੇ ਥਿਰ ਕਰੇ ਤਿਰਨਨ ਕੋ ਚਾਰੇ। ਉੱਥੇ ਫਿਰ ਹਰਾ ਤਾਜ਼ਾ ਘਾਹ ਘੋੜਿਆਂ ਦੇ ਖਾਣ ਦੇ ਲਈ ਬੜਾ ਖੁੱਲ੍ਹਾ ਪ੍ਰਾਪਤ ਹੋ ਗਿਆ ਸੀ। ਤਾਹਾਂ ਜਾਏ ਤਜੀਏ ਨਿਜ ਪ੍ਰਾਨ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੀ ਸਾਡੀ ਸ਼ਹੀਦੀ ਤੋਂ ਬਾਅਦ ਤੁਸੀਂ ਵੀ ਆਪਣਾ ਜਿਹੜਾ ਹੈ ਪੰਜ ਭੌਤਿਕ ਸਰੀਰ ਉਸ ਜਗ੍ਹਾ ਤੇ ਜਾ ਕਰਕੇ ਤਿਆਗ ਦੇਣਾ ਹੈ। ਕੀਜੇ ਹਮਰੇ ਸੰਗ ਪਿਆਨ। ਤੁਸੀਂ ਵੀ ਸਾਡੇ ਨਾਲ ਹੀ ਸੱਚ ਖੰਡ ਨੂੰ ਪਹੁੰਚ ਜਾਣਾ ਹੈ। ਹਿਮ ਕੇ ਸਭ ਕੋ ਦਿਓ ਹਟਾਏ। ਇਉਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮਹਾਨ ਸ਼ਹਾਦਤ ਦੇਣ ਤੋਂ ਪਹਿਲਾਂ ਇਹ ਜਿਹੜੀ ਹਕੀਕਤ ਗੁਰ ਸਿੱਖਾਂ ਨੂੰ ਸੇਵਕਾਂ ਦਾਸਾਂ ਨੂੰ ਸਮਝਾ ਦਿੱਤੀ ਸੀ। ਭਾਈ ਜੈਤਾ ਜੀ ਉਹਦੀ ਜਿਹੜੀ ਸੇਵਾ ਮਹਾਰਾਜ ਨੇ ਆਪਣਾ ਸੀਸ ਸੰਭਾਲਣ ਦੇ ਲਈ ਲਗਾ ਦਿੱਤੀ ਹੈ। ਹੁਣ ਜਿਸ ਪ੍ਰਕਾਰ ਦੀਨ ਦੁਨੀਆ ਦੇ ਮਾਲਕ ਨੇ ਇੱਕ ਬਹੁਤ ਵੱਡਾ ਮਹਾਨ ਸਾਕਾ ਇਸ ਧਰਤੀ ਦੇ ਉੱਪਰ ਵਰਤਾਉਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਹਿਮ ਕੇ ਸਭ ਕੋ ਦਿਓ ਹਟਾਏ। ਜਮਾਦਾਰ ਸਿੱਖ ਪੇ ਬਿਸਮਾਏ। ਹਿਮ ਕੇ ਸਭ ਕੋ ਦਿਓ ਹਟਾਏ। ਜਮਾਦਾਰ ਸਿੱਖ ਪੈ ਬਿਸਮਾਏ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ ਦੁਖ ਦੁਖ ਪੰਜ।